प्यारे बच्चों, ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੇ ਲੋਕ ਨਾਚਾਂ ਬਾਰੇ। ਲੋਕ ਨਾਚ ਕਿਸੇ ਖੁਸ਼ੀ ਮੌਕੇ ਮਨ ਦੇ ਭਾਵਾਂ ਨੂੰ ਸਰੀਰਕ ਮੁਦਰਾਵਾਂ ਰਾਹੀਂ ਪ੍ਰਗਟ ਕਰਨ ਦਾ ਇੱਕ ਤਰੀਕਾ ਹੈ। ਪਿਆਰੇ ਬੱਚਿਓ, ਲੋਕ ਨਾਚਾਂ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਲੋਕ ਨਾਚ ਦਾ ਇਤਿਹਾਸ ਜਿਹੜਾ ਉਹ ਬਹੁਤ ਲੰਮਾ ਹੈ। ਕਿਹਾ ਜਾਂਦਾ ਹੈ ਕਿ ਪ੍ਰਾਚੀਨ ਸੱਭਿਅਤਾ ਜਿਵੇਂ ਹੜੱਪਾ ਸੱਭਿਅਤਾ, ਉਸ ਦੀ ਖੁਦਾਈ ਵੇਲੇ ਕੁਝ ਮੂਰਤਾਂ ਨਿਕਲੀਆਂ। ਉਹ ਮੂਰਤਾਂ ਆਪਣੀਆਂ ਕੋਈ ਨਾ ਕੋਈ ਮੁਦਰਾਵਾਂ ਜਿਹੜੀਆਂ ਸੀ ਉਹ ਪੇਸ਼ ਕਰਦੀਆਂ ਸੀ। ਉਸ ਤੋਂ ਇਹ ਅੰਦਾਜ਼ਾ ਲਗਾਇਆ ਗਿਆ ਕਿ ਜਿਹੜਾ ਉਸ ਵੇਲੇ ਦੀਆਂ ਸੱਭਿਅਤਾਵਾਂ ਸਨ ਉਹਨਾਂ ਵਿੱਚ ਵੀ ਲੋਕ ਨਾਚ ਜਿਹੜੇ ਸੀਗੇ ਉਹ ਅਹਿਮ ਅੰਗ ਸੀ। ਸੋ ਇਸੇ ਤਰੀਕੇ ਨਾਲ ਪਿਆਰੇ ਬੱਚਿਓ, ਕਿਸੇ ਵੀ ਸੱਭਿਅਤਾ ਦਾ ਜਿਹੜਾ ਸ਼ੀਸ਼ਾ ਉਹ ਲੋਕ ਨਾਚ ਹੁੰਦੇ ਨੇ। ਲੋਕ ਨਾਚਾਂ ਦੇ ਵਿੱਚ ਤਾਲ ਔਰ ਰਾਗ ਇਹਨਾਂ ਦਾ ਸੁਮੇਲ ਹੁੰਦਾ, ਔਰ ਜ਼ਿਆਦਾਤਰ ਅਸੀਂ ਦੇਖਦੇ ਹਾਂ ਕਿ ਸਾਡੇ ਮਨ ਦੀ ਖੁਸ਼ੀ ਜਿਹੜੀ ਆ ਉਸ ਦਾ ਪ੍ਰਗਟਾਵਾ ਸਾਡੇ ਲੋਕ ਨਾਚ ਜਿਹੜੇ ਨੇ ਉਹ ਕਰਦੇ ਨੇ। ਪਿਆਰੇ ਬੱਚਿਓ, ਲੋਕ ਨਾਚ ਕਿਸੇ ਵੀ ਬੰਦੇਜ ਅਧੀਨ ਨਹੀਂ ਹੁੰਦੇ। ਭਾਵ ਲੋਕ ਨਾਚਾਂ ਦੇ ਵਿੱਚ ਕੋਈ ਵੀ ਬੰਦਿਸ਼ ਨਹੀਂ ਹੁੰਦੀ, ਕਿਸੇ ਪਹਿਰਾਵੇ ਦੀ ਬੰਦਿਸ਼ ਨਹੀਂ ਹੁੰਦੀ, ਕਿਸੇ ਸਮੇਂ ਦੀ ਬੰਦਿਸ਼ ਨਹੀਂ ਹੁੰਦੀ, ਕਿਸੇ ਸਥਾਨ ਦੀ ਬੰਦਿਸ਼ ਨਹੀਂ ਹੁੰਦੀ। ਲੋਕ ਨਾਚ ਸਾਡੇ ਮਨ ਦੀ ਮੌਜ ਹੁੰਦੀ ਹੈ, ਉਹ ਮੌਜ ਜਿਸ ਦਾ ਅਸੀਂ ਪ੍ਰਗਟਾਵਾ ਆਪਣੀਆਂ ਸਰੀਰਕ ਮੁਦਰਾਵਾਂ ਰਾਹੀਂ ਕਰਦੇ ਹਾਂ। ਸੋ ਪੰਜਾਬ ਔਰ ਪੰਜਾਬੀ ਲੋਕ ਨਾਚ ਮੁੱਢ ਤੋਂ ਹੀ ਸਾਡੇ ਖੁਸ਼ੀਆਂ ਨਾਲ ਸੰਬੰਧਿਤ ਰਹੇ ਨੇ, ਔਰ ਇਹ ਵੀ ਕਿਹਾ ਜਾਂਦਾ ਹੈ ਕਿ ਪੰਜਾਬੀਆਂ ਦੇ ਨਿਰੋਲ ਔਰ ਖੂਬਸੂਰਤ ਸਰੀਰ ਜਿਹੜੇ ਨੇ ਉਹ ਇਹਨਾਂ ਲੋਕ ਨਾਚਾਂ ਲਈ ਹੀ ਬਣੇ ਨੇ। ਸੋ ਪੰਜਾਬ ਦੇ ਲੋਕ ਨਾਚ ਪੀੜ੍ਹੀ ਦਰ ਪੀੜ੍ਹੀ ਅਗਾਂਹ ਤੁਰਦੇ ਜਾਂਦੇ ਨੇ। ਇੱਕ ਪੀੜ੍ਹੀ ਦੂਸਰੀ ਪੀੜ੍ਹੀ ਨੂੰ ਆਪਣੇ ਜਿਹੜੇ ਇਹ ਲੋਕ ਨਾਚ ਨੇ ਉਹ ਅਗਾਂਹ ਦਿੰਦੇ ਜਾਂਦੇ ਨੇ। ਸੋ ਅੱਜ ਆਪਾਂ ਇਹਨਾਂ ਲੋਕ ਨਾਚਾਂ ਬਾਰੇ ਗੱਲ ਕਰਦੇ ਹਾਂ। ਸੋ ਪਿਆਰੇ ਬੱਚਿਓ, ਮੇਰੀ ਇਹ ਪੁਸਤਕ ਸਾਡੀ ਕਿਤਾਬ, ਇਸ ਕਿਤਾਬ ਦੇ ਵਿੱਚ ਵੀ ਤਕਰੀਬਨ ਪੰਜਾਬ ਦੇ ਸਾਂਝੇ ਪੰਜਾਬ ਦੇ ਲਗਭਗ 40 ਲੋਕ ਨਾਚ ਜਿਹੜੇ ਨੇ ਉਹਨਾਂ ਦਾ ਜ਼ਿਕਰ ਇਸ ਕਵਿਤਾ ਦੇ ਵਿੱਚ ਮਿਲਦਾ ਹੈ। ਸਾਡੇ ਲੋਕ ਨਾਚ, ਸਾਂਝੇ ਪੰਜਾਬ ਦੇ ਲੋਕ ਨਾਚ। ਆਓ ਇਸ ਕਵਿਤਾ ਰਾਹੀਂ ਜਿਹੜੇ ਲੋਕ ਨਾਚ ਨੇ ਉਹਨਾਂ ਬਾਰੇ ਜਾਣਦੇ ਹਾਂ। ਆਓ ਤੁਹਾਨੂੰ ਦੱਸਾਂ ਲੋਕ ਨਾਚ ਬੱਚਿਓ, ਖੁਸ਼ੀ ਵਿੱਚ ਝੂਮ 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 ਨੱਚਿਓ, ਸਾਂਝੇ ਪੰਜ ਆਬ ਦੇ ਇਹ ਨਾਚ ਬੱਚਿਓ, ਸਾਰੇ ਨਾਚ ਪੋਟਿਆਂ ਤੇ ਯਾਦ ਰੱਖਿਓ। ਬਾਗਾ ਬਾਗੀ ਸੁਥਰਾ ਲੰਗੂਰ ਹੇਮੜੀ, ਭਗਤੀ ਫੜੂਹਾ ਹੁੱਲੇ ਅਤੇ ਬਾਗੜੀ, ਫੁੰਮਣੀਆਂ ਹਿੱਕੋ ਵੈਸ਼ਨਮ ਮੋਹਰਮ, ਕਾਰਥੀ ਸਫੇਰਾ ਗੁੱਗਾ ਅਤੇ ਜੰਗਮ, ਸਾਲ ਤਰੀਸ ਤੇ ਬਨੌਟੀ ਘੋੜਾ ਜੀ, ਜਾਣਦੇ ਨੇ ਲੋਕ ਅਜੇ ਥੋੜ੍ਹਾ ਥੋੜ੍ਹਾ ਜੀ। ਮੁੰਡੇ ਪਾਉਣ ਭੰਗੜਾ ਧਮਾਲ ਲੁੱਡੀਆਂ, ਕੁੜੀਆਂ ਨੇ ਗਿੱਧੇ ਵਿੱਚ ਧੂੜਾ ਪੁੱਟੀਆਂ, ਝੂਮਰ ਡੰਡਾਸ ਜੱਲੀ ਤੇ ਪਠਾਣੀਆਂ, ਗਿੱਧਾ ਮਲਵਈ ਬੋਲੀਆਂ ਸੁਣਾਣੀਆਂ। ਕੁੜੀਆਂ ਨੇ ਤੀਆਂ ਵਿੱਚ ਬੱਲੋ ਪਾਉਂਦੀਆਂ, ਅੱਜ ਵੀ ਨੇ ਸੰਦਲ 'ਚ ਸੰਮੀ ਗਾਉਂਦੀਆਂ। ਨਾਮਧਾਰੀ ਕਿੱਕਲੀ ਜਮਾਲੋ ਅਤਣੀ, ਚਾਪ ਲੇਵਾ ਚਿਤਰਾਲੀ ਅਤੇ ਚੋਗਣੀ, ਹੋ ਗਏ ਅਲੋਪ ਛਾਈ ਅਤੇ ਝੰਗ ਜੀ, ਲੱਭੇ ਨਾ ਬਲੋਸੀਆ ਤੇ ਭਾ ਰੰਗ ਜੀ। ਲੋਕਾਂ ਦੇ ਸੁਭਾਅ ਦਾ ਇਜ਼ਹਾਰ ਕਰਦੇ, ਲੋਕ ਨਾਚ ਖੁਸ਼ੀਆਂ 'ਚ ਪੈਰ ਧਰਦੇ, ਰੂਹ ਨੂੰ ਦਿੰਦੇ ਨਾਚ ਨੇ ਸਕੂਨ ਬੱਚਿਓ, ਕਰਿਓ ਨਾ ਚਿੱਟਾ ਤੁਸੀਂ ਖੂਨ ਬੱਚਿਓ। ਭੰਗੜੇ 'ਚ ਪਾ ਦਿਓ ਧਮਾਲਾ ਮੁੰਡਿਓ, ਗਿੱਧੇ ਵਿੱਚ ਪੁੱਟ ਦਿਓ ਧੂੜਾ ਕੁੜੀਓ। ਲੋਕ ਨਾਚ ਦਿਲ 'ਚ ਵਸਾ ਕੇ ਰੱਖਿਓ, ਇਹਨਾਂ ਨਾਲ ਪ੍ਰੀਤ ਗੂੜੀ ਪਾ ਕੇ ਰੱਖਿਓ। ਲੋਕ ਨਾਚ ਸਾਡੀ ਜਿੰਦ ਜਾਨ ਬੱਚਿਓ, ਇਹਨਾਂ ਦੀ ਵਧਾਉਣੀ ਤੁਸੀਂ ਸ਼ਾਨ ਬੱਚਿਓ, ਇਹਨਾਂ ਦੀ ਵਧਾਉਣੀ ਤੁਸੀਂ ਸ਼ਾਨ ਬੱਚਿਓ। ਸੋ ਇਸ ਤਰ੍ਹਾਂ ਇਸ ਕਿਤਾਬ ਦੇ ਵਿੱਚ ਪੰਜਾਬ ਦੇ ਸਾਂਝੇ ਪੰਜਾਬ ਦੇ ਲਗਭਗ 40 ਲੋਕ ਨਾਚਾਂ ਦਾ ਜਿਹੜਾ ਜ਼ਿਕਰ ਮਿਲਦਾ। ਪਰ ਅੱਜ ਅਸੀਂ ਪੰਜਾਬ ਦੇ ਕੁਝ ਪ੍ਰਸਿੱਧ ਲੋਕ ਨਾਚ
ਉਹਨਾਂ ਦਾ ਹੀ ਜ਼ਿਕਰ ਕਰਾਂਗੇ, ਉਹਨਾਂ ਬਾਰੇ ਆਪਾਂ ਗੱਲ ਕਰਾਂਗੇ। ਸੋ ਪੰਜਾਬ ਦੇ ਜਿਹੜੇ ਲੋਕ ਨਾਚ ਨੇ ਉਹ ਦੋ ਵੰਨਗੀਆਂ ਦੇ ਵਿੱਚ ਵੰਡੇ ਹੋਏ ਨੇ, ਇੱਕ ਮਰਦਾਂ ਦੇ ਲੋਕ ਨਾਚ ਔਰ ਇੱਕ ਔਰਤਾਂ ਦੇ ਲੋਕ ਨਾਚ। ਆਓ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਔਰਤਾਂ ਦੇ ਲੋਕ ਨਾਚਾਂ ਬਾਰੇ। ਸੋ ਪਿਆਰੇ ਬੱਚਿਓ, ਆਪਾਂ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੇ ਪ੍ਰਸਿੱਧ ਲੋਕ ਨਾਚ ਗਿੱਧੇ ਬਾਰੇ। ਗਿੱਧਾ ਔਰਤਾਂ ਦਾ ਲੋਕ ਨਾਚ ਹੈ। ਇਸ ਵਿੱਚ ਕੇਵਲ ਔਰਤਾਂ ਜਿਹੜੀਆਂ ਨੇ ਉਹ ਨਾਚ ਕਰਦੀਆਂ ਨੇ। ਪਿਆਰੇ ਬੱਚਿਓ, ਗਿੱਧੇ ਦਾ ਭਾਵ ਹੈ ਤਾੜੀ ਨਾਚ। ਇਸ ਗਿੱਧੇ ਦੇ ਵਿੱਚ ਤਾੜੀ ਦੀ ਵਰਤੋਂ ਨਾਲ ਜਿਹੜੀਆਂ ਔਰਤਾਂ ਨੇ ਉਹ ਆਪਣੇ ਸਰੀਰ ਨੂੰ ਲਚਕਾਉਂਦੀਆਂ ਨੇ। ਔਰ ਇਹ ਲੋਕ ਨਾਚ ਵੀ ਗੋਲ ਦਾਇਰੇ ਦੇ ਵਿੱਚ ਨੱਚਿਆ ਜਾਣ ਵਾਲਾ ਲੋਕ ਨਾਚ ਹੈ। ਇੱਕ ਕੁੜੀ ਗਾਗਰ ਜਾਂ ਢੋਲਕੀ ਲੈ ਕੇ ਬੈਠ ਜਾਂਦੀ ਹੈ ਔਰ ਬਾਕੀ ਦੀਆਂ ਔਰਤਾਂ ਜਿਹੜੀਆਂ ਉਹ ਤਾੜੀ ਦੇ ਨਾਲ ਇਹ ਸਾਰਾ ਲੋਕ ਨਾਚ ਜਿਹੜਾ ਉਹ ਨੱਚਦੀਆਂ ਨੇ ਔਰ ਬੋਲੀਆਂ ਪਾਈਆਂ ਜਾਂਦੀਆਂ ਨੇ, ਬੋਲੀਆਂ ਮੋੜੀਆਂ ਜਾਂਦੀਆਂ ਨੇ ਔਰ ਤਾੜੀ ਦੇ ਨਾਲ ਹੀ ਇਹ ਸਾਰਾ ਜਿਹੜਾ ਲੋਕ ਨਾਚ ਹੈ ਉਹ ਨੱਚਿਆ ਜਾਂਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਸਾਉਣ ਮਹੀਨੇ ਤੀਆਂ ਦੇ ਵਿੱਚ ਬਹੁਤ ਹੀ ਜ਼ੋਰਦਾਰ ਤਰੀਕੇ ਨਾਲ ਗਿੱਧਾ ਜਿਹੜਾ ਉਹ ਪਾਇਆ ਜਾਂਦਾ ਸੀ ਔਰ ਤੀਆਂ ਦੇ ਆਖਰੀ ਦਿਨ ਜਿਹੜੀ ਸੀ ਉਹ ਬੱਲੋਂ ਪਾਈ ਜਾਂਦੀ ਸੀ। ਬੱਲੋਂ ਤੋਂ ਭਾਵ ਕਿ ਪੂਰਾ ਧੂੜਾ ਪੱਟਵਾਂ ਗਿੱਧਾ ਜਿਹੜਾ ਸੀਗਾ ਉਹ ਕੁੜੀਆਂ ਵੱਲੋਂ ਪਾਇਆ ਜਾਂਦਾ ਸੀ। ਔਰ ਗਿੱਧੇ ਦੀ ਇੱਕ ਬੋਲੀ ਹੈ ਕਿ ਨੀ ਮੈਂ ਆਵਾਂ ਆਵਾਂ ਆਵਾਂ, ਨੀ ਮੈਂ ਨੱਚਦੀ ਮੇਲ ਦੀ ਆਵਾਂ, ਮੇਰੀ ਨੱਚਦੀ ਦੀ ਝਾਂਜਰ ਛਣ ਕੇ ਨੀ ਮੈਂ ਨੱਚ ਲਾਂ ਪਟੋਲਾ ਬਣ ਕੇ ਨੀ ਮੈਂ ਨੱਚ ਲਾਂ ਪਟੋਲਾ ਬਣ ਕੇ ਨੀ। ਸੋ ਪੰਜਾਬੀ ਦੇ ਬਹੁਤ ਹੀ ਬਿਹਤਰੀਨ ਲੇਖਕ ਦਵਿੰਦਰ ਸਥਿਆਰਥੀ ਜੀ ਨੇ 1936 ਦੇ ਵਿੱਚ ਗਿੱਧਾ ਨਾਮ ਦੀ ਇੱਕ ਪੁਸਤਕ ਜਿਹੜੀ ਸੀ ਉਹ ਛਾਪੀ। ਉਸ ਗਿੱਧਾ ਨਾਮਕ ਪੁਸਤਕ ਦੇ ਆਉਣ ਦੇ ਨਾਲ ਪੰਜਾਬ ਦੇ ਇਸ ਲੋਕ ਨਾਚ ਨੂੰ ਭਰਵਾਂ ਹੁੰਗਾਰਾ ਮਿਲਿਆ। ਪਿਆਰੇ ਬੱਚਿਓ, ਸਾਡਾ ਅਗਲਾ ਲੋਕ ਨਾਚ ਹੈ ਕਿੱਕਲੀ। ਕਿੱਕਲੀ ਨਿੱਕੀਆਂ ਨਿੱਕੀਆਂ ਕੁੜੀਆਂ ਦੀ ਇੱਕ ਖੇਡ ਹੁੰਦੀ ਹੈ ਜਿਸ ਨੂੰ ਪੰਜਾਬ ਦਾ ਲੋਕ ਨਾਚ ਬਣਨ ਲੱਗਿਆਂ ਵੀ ਦੇਰ ਨਹੀਂ ਲੱਗੀ। ਕਿਹਾ ਜਾਂਦਾ ਹੈ ਕਿ ਜਦੋਂ ਨਿੱਕੀਆਂ ਬੱਚੀਆਂ ਖੇਡ ਦੌਰਾਨ ਥੱਕ ਜਾਣ ਤਾਂ ਉਹ ਹੱਥਾਂ ਦੀ ਕੁੜਿੰਗੜੀ ਬਣਾ ਕੇ ਗੋਲ ਸਰਕਲ ਦੇ ਵਿੱਚ ਘੁੰਮਦੀਆਂ ਨੇ ਔਰ ਇਸ ਨੂੰ ਕਿੱਕਲੀ ਦਾ ਨਾਮ ਦਿੱਤਾ ਗਿਆ। ਕਿੱਕਲੀ ਦਾ ਕੋਈ ਸਮਾਂ ਸਥਾਨ ਨਿਸ਼ਚਿਤ ਨਹੀਂ ਔਰ ਕਿੱਕਲੀ ਪਾਉਂਦੀਆਂ ਮੁਟਿਆਰਾਂ ਨਾਲ ਨਾਲ ਇੱਕ ਗੀਤ ਗਾਉਂਦੀਆਂ ਨੇ, ਕਿੱਕਲਿਕ ਲੀਰ ਦੀ ਪੱਗ ਮੇਰੇ ਵੀਰ ਦੀ, ਦੁਪੱਟਾ ਭਰਜਾਈ ਦਾ, ਫਿੱਟੇ ਮੂੰਹ ਜਵਾਈ ਦਾ। ਪਿਆਰੇ ਬੱਚਿਓ,
ਸਾਡਾ ਅਗਲਾ ਲੋਕ ਨਾਚ ਹੈ ਸੰਮੀ। ਸੰਮੀ ਵੀ ਔਰਤਾਂ ਦਾ ਬਹੁਤ ਹੀ ਪ੍ਰਸਿੱਧ ਲੋਕ ਨਾਚ ਹੈ। ਪਿਆਰੇ ਬੱਚਿਓ, ਇਹ ਸਾਡੇ ਲਹਿੰਦੇ ਪੰਜਾਬ ਦਾ ਸੰਦਲਬਾਰ ਦਾ ਬੇਹੱਦ ਖੂਬਸੂਰਤ ਨਾਚ ਹੈ। ਇਸ ਲੋਕ ਨਾਚ ਬਾਰੇ ਬਹੁਤ ਸਾਰੀਆਂ ਕਹਾਣੀਆਂ ਪ੍ਰਚਲਿਤ ਨੇ। ਕਿਹਾ ਜਾਂਦਾ ਹੈ ਕਿ ਇੱਕ ਰਾਜਕੁਮਾਰੀ ਸੰਮੀ, ਜਿਹੜੀ ਕਿ ਆਪਣੇ ਪ੍ਰੇਮੀ ਢੋਲਾ ਦੀ ਯਾਦ ਦੇ ਵਿੱਚ ਇਹ ਨਾਚ ਜਿਹੜਾ ਉਹ ਨੱਚਦੀ ਆ। ਹੋਰ ਵੀ ਇੱਕ ਕਹਾਣੀ ਪ੍ਰਚਲਿਤ ਹੈ। ਕਿਹਾ ਜਾਂਦਾ ਹੈ ਕਿ ਇੰਦਰਦੇਵ ਦੇ ਮਹਿਲ ਦੇ ਵਿੱਚ, ਉਸ ਦੇ ਦਰਬਾਰ ਦੇ ਵਿੱਚ ਇੱਕ ਸੰਮੀ ਨਾਂ ਦੀ ਨਿਰਤਕੀ ਜਿਹੜੀ ਸੀ ਉਹ ਨਾਚ ਕਰਦੀ ਸੀ। ਉੱਥੋਂ ਇਸ ਲੋਕ ਨਾਚ ਦਾ ਜਨਮ ਮੰਨਿਆ ਜਾਂਦਾ ਹੈ। ਸੋ ਕਈ ਇਸ ਤਰ੍ਹਾਂ ਦੀਆਂ ਜਿਹੜੀਆਂ ਕਹਾਣੀਆਂ ਸਾਨੂੰ ਸੰਮੀ ਲੋਕ ਨਾਚ ਦੇ ਨਾਲ ਸੰਬੰਧਿਤ ਮਿਲਦੀਆਂ ਨੇ। ਸੋ ਪਿਆਰੇ ਬੱਚਿਓ, ਆਪਾਂ ਦੇਖਿਆ ਕਿ ਸਾਰੇ ਲੋਕ ਨਾਚ ਜਿਹੜੇ ਨੇ ਉਹ ਖੁਸ਼ੀ ਦਾ ਪ੍ਰਗਟਾਵਾ ਕਰਦੇ ਨੇ, ਪਰੰਤੂ ਸਾਡੇ ਕੋਲੇ ਇਹ ਔਰਤਾਂ ਦਾ ਇੱਕੋ ਇੱਕ ਨਾਚ ਹੈ ਜਿਸ ਦੇ ਵਿੱਚ ਮਨ ਦੀ ਵੇਦਨਾ ਜਿਹੜੀ ਆ ਉਸ ਨੂੰ ਪ੍ਰਗਟ ਕੀਤਾ ਗਿਆ ਹੈ। ਸੰਮੀ ਆਪਣੇ ਢੋਲਣ ਦੀ ਯਾਦ ਦੇ ਵਿੱਚ ਇਹ ਲੋਕ ਨਾਚ ਜਿਹੜਾ ਉਹ ਨੱਚਦੀ ਹੈ। ਇੱਕ ਦਾਇਰੇ ਦੇ ਵਿੱਚ ਔਰਤਾਂ ਜਿਹੜੀਆਂ ਨੇਗੀਆਂ ਉਹ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਮੁਦਰਾਵਾਂ ਨੇਗੀਆਂ ਉਹ ਪੇਸ਼ ਕਰਦੀਆਂ ਨੇ। ਇਸ ਦੇ ਵਿੱਚ ਢੋਲੀ ਜਿਹੜਾ ਸੀਗਾ ਉਹ ਢੋਲ 'ਤੇ ਸਾਥ ਦਿੰਦਾ। ਜਿਵੇਂ ਪਿਆਰੇ ਬੱਚਿਓ, ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵਿੱਦਿਅਕ ਮੁਕਾਬਲਾ ਕਰਵਾਇਆ ਜਾਂਦਾ ਹੈ, ਉਸ ਦੇ ਵਿੱਚ ਵੀ ਇਹ ਲੋਕ ਨਾਚ ਦੀ ਬੰਦਗੀ ਜਿਹੜੀ ਆ ਉਹ ਸਾਨੂੰ ਵੇਖਣ ਨੂੰ ਮਿਲਦੀ ਹੈ। ਸੋ ਪਿਆਰੇ ਬੱਚਿਓ, ਸੰਮੀ ਦੀ ਜਿਵੇਂ ਕਿ ਇੱਕ ਬੋਲੀ ਹੈ ਕਿ ਚੰਨੇ ਦੀ ਚਾਨਣੀ, ਤਾਰਿਆਂ ਦੀ ਲੋਹ ਢੋਲਾ, ਤੂੰ ਫੁੱਲ ਤੋਰੀਏ ਦਾ, ਵੇ ਮੈਂ ਤੇਰੀ ਖੁਸ਼ਬੂ ਢੋਲਾ। ਇੱਕ ਹੋਰ ਬੋਲੀ ਆਪਾਂ ਦੇਖਦੇ ਹਾਂ, ਵੇ ਮੈਂ ਇੱਥੇ ਤੇ ਢੋਲਾ ਮੇਰਾ ਪਰਬਤ, ਸਾਡੀ ਖੂਹੀ ਦਾ ਪਾਣੀ ਸ਼ਰਬਤ। ਔਰ ਇਸੇ ਤਰੀਕੇ ਨਾਲ ਪਿਆਰੇ ਬੱਚਿਓ, ਇਸ ਲੋਕ ਨਾਚ ਦੇ ਵਿੱਚ ਜਿਹੜੀਆਂ ਔਰਤਾਂ ਨਾਚ ਕਰਦੀਆਂ ਨੇ ਉਹਨਾਂ ਦੇ ਪੈਰਾਂ ਦੇ ਵਿੱਚ ਘੁੰਗਰੂ, ਚਿੱਟੇ ਗੋਟੇ ਵਾਲੇ ਦੁਪੱਟੇ ਜਿਹੜੇ ਨੇ ਉਹ ਲਏ ਜਾਂਦੇ ਨੇ। ਪਿਆਰੇ ਬੱਚਿਓ, ਸਾਡਾ ਅਗਲਾ ਲੋਕ ਨਾਚ ਹੈ ਲੁੱਡੀ। ਲੁੱਡੀ ਸਾਡੇ ਪੱਛਮੀ ਪੰਜਾਬ ਦਾ, ਲਹਿੰਦੇ ਪੰਜਾਬ ਦਾ ਜਾਂਗਲੀ ਇਲਾਕਾ ਕਹਿ ਦਿੰਦੇ ਨੇ ਜਾਂ ਸੰਦਲਬਾਰ ਦਾ ਇਲਾਕਾ ਕਹਿ ਦਿੰਦੇ ਨੇ, ਉੱਥੋਂ ਦਾ ਬੜਾ ਹੀ ਮਕਬੂਲ ਔਰ ਪ੍ਰਸਿੱਧ ਲੋਕ ਨਾਚ ਹੈ ਲੁੱਡੀ। ਸੋ ਪਿਆਰੇ ਬੱਚਿਓ, ਲੁੱਡੀ ਇੱਕ ਇਹੋ ਜਿਹਾ ਲੋਕ ਨਾਚ ਹੈ ਜਿਹੜਾ ਲੜਕੀਆਂ ਵੱਲੋਂ ਵੀ ਪਾਇਆ ਜਾਂਦਾ ਔਰ ਲੜਕਿਆਂ ਵੱਲੋਂ ਵੀ ਪਾਇਆ ਜਾਂਦਾ। ਭਾਵ ਇਸ ਨੂੰ ਔਰਤਾਂ ਵੀ ਨੱਚ ਸਕਦੀਆਂ ਨੇ ਔਰ ਮਰਦ ਵੀ ਨੱਚ ਸਕਦੇ ਨੇ। ਇਹ ਦੋਨਾਂ ਔਰਤਾਂ ਔਰ ਮਰਦਾਂ ਦਾ ਸਾਂਝਾ ਲੋਕ ਨਾਚ ਹੈ ਲੁੱਡੀ। ਸੋ ਪਿਆਰੇ ਬੱਚਿਓ, ਇਹਦੇ ਵਿੱਚ ਜਿਹੜਾ ਪਹਿਰਾਵਾ ਹੈ, ਕਿਉਂਕਿ ਅਸੀਂ ਪਹਿਰਾਵਾ ਜਿਹੜਾ ਇਹਦਾ ਹੁਣ ਪ੍ਰਚਲਿਤ ਕਰ ਲਿਆ, ਜਿਹੜੇ ਮੁੰਡੇ ਨੇ, ਲੜਕੇ ਨੇ ਜਾਂ ਮਰਦ ਨੇ, ਉਹਨਾਂ ਦੇ ਦੋ ਟੌਰਿਆਂ ਵਾਲੀ ਪੱਗ, ਦੋ ਲੜ ਵਾਲੀ ਪੱਗ, ਜਿਹਨੂੰ ਟੌਰਾ ਜਾਂ ਫਰਲਾ ਵੀ ਕਹਿ ਦਿੰਦੇ ਨੇ, ਉਹ ਪੱਗ ਬੰਨੀ ਹੁੰਦੀ ਹੈ, ਚਾਦਰਾ ਲਾਇਆ ਹੁੰਦਾ, ਕੁੜਤਾ ਪਾਇਆ ਹੁੰਦਾ ਔਰ ਪੈਰਾਂ ਦੇ ਵਿੱਚ ਘੁੰਗਰੂ ਪਾਏ ਹੁੰਦੇ ਨੇ। ਜਦੋਂ ਕਿ ਲੜਕੀਆਂ ਦੀ ਗੱਲ ਕਰਦੇ ਹਾਂ ਤਾਂ ਲੜਕੀਆਂ ਦੇ ਕੁੜਤੀ, ਚਾਦਰਾ ਔਰ ਪੈਰਾਂ ਦੇ ਵਿੱਚ ਘੁੰਗਰੂ ਔਰ ਲੰਮੀਆਂ ਦੋ ਗੁੱਤਾਂ ਜਿਹੜੀਆਂ ਉਹ ਛੱਡੀਆਂ ਜਾਂਦੀਆਂ ਨੇ ਔਰ ਹੱਥਾਂ ਦੇ ਵਿੱਚ ਰੁਮਾਲ ਜਿਹੜੇ ਨੇ
ਉਹ ਬੰਨਣੇ ਲਾਜ਼ਮੀ ਇਸ ਵਿੱਚ ਕੀਤੇ ਗਏ ਨੇ, ਚਾਹੇ ਉਹ ਮਰਦ ਹੋਣ ਚਾਹੇ ਉਹ ਔਰਤਾਂ ਹੋਣ। ਇਹਦੇ ਵਿੱਚ ਇੱਕ ਖਾਸ ਕਿਸਮ ਦੀ ਆਵਾਜ਼ ਸਾਨੂੰ ਮਿਲਦੀ ਆ, ਹੋਏ ਅਲੀ ਸ਼ਾਹ ਮਸਤ ਕਲੰਦਰ, ਸ਼ਾਬਾ ਲੁੱਡੀ ਅਸ਼ਕੇ ਲੁੱਡੀ। ਇਹ ਜਿਹੜੀਆਂ ਆਵਾਜ਼ਾਂ ਨੇ ਔਰ ਸਾਨੂੰ ਜਿਹੜੀਆਂ ਇਹ ਆਮ ਮਿਲਦੀਆਂ ਨੇ। ਸੋ ਇੱਕ ਲੁੱਡੀ ਦੀ ਬੋਲੀ ਆ, ਵੇ ਮੈਂ ਲੁੱਡੀ ਪਈ ਪਵੇਨੀ ਆ ਯਾਰ, ਮੈਂਡੇ ਵੱਲ ਵੇਖ ਜਰਾ, ਅਸਾਂ ਇਕੱਠੀਆਂ ਹੋ ਕੇ ਆਈਆਂ, ਅਸਾਂ ਲੁੱਡੀਆਂ ਧਮਾਲਾਂ ਪਾਈਆਂ, ਸਾਡੇ ਬਾਗਾਂ ਵਿੱਚ ਆਈਏ ਬਹਾਰ, ਉਹ ਮੈਂਡੇ ਵੱਲ ਵੇਖ ਜਰਾ, ਉਹ ਮੈਂਡੇ ਵੱਲ ਵੇਖ ਜਰਾ। ਸੋ ਇਹ ਜਿਹੜੀ ਲੁੱਡੀ ਆ ਉਸ ਦੀ ਬੋਲੀ। ਸੋ ਆਓ ਆਪਾਂ ਦੇਖਦੇ ਹਾਂ ਲੁੱਡੀ ਕਿਸ ਤਰ੍ਹਾਂ ਪਾਈ ਜਾਂਦੀ ਹੈ। ਲੋਕ ਨਾਚ ਹੈ ਪੰਜਾਬ ਦਾ ਬੇਹੱਦ ਪ੍ਰਸਿੱਧ ਲੋਕ ਨਾਚ ਭੰਗੜਾ। ਸੋ ਜਦੋਂ ਅਸੀਂ ਭੰਗੜੇ ਦੀ ਗੱਲ ਕਰਦੇ ਹਾਂ ਜਾਂ ਭੰਗੜੇ ਦਾ ਨਾਮ ਵੀ ਲੈਂਦੇ ਹਾਂ ਤਾਂ ਸਾਡੇ ਆਪ ਮੁਹਾਰੇ ਜਿਹੜੇ ਪੈਰ ਨੇ ਉਹ ਨੱਚਣ ਨੂੰ ਮਜਬੂਰ ਹੋ ਜਾਂਦੇ ਨੇ। ਸੋ ਪਿਆਰੇ ਬੱਚਿਓ, ਜਿਵੇਂ ਕਿ ਸਾਨੂੰ ਪੁਰਾਤਨ ਇਤਿਹਾਸਕਾਰ ਜਿਹੜੇ ਨੇ ਉਹ ਦੱਸਦੇ ਨੇ ਕਿ ਜਿਹੜਾ ਭੰਗੜਾ ਹੈ, ਕਿਉਂਕਿ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਇੱਕ ਫਸਲ ਜਿਹੜੀ ਸੀ ਉਹ ਬੀਜੀ ਜਾਂਦੀ ਸੀ, ਕਣਕ ਦੀ ਫਸਲ। ਸੋ ਜਦੋਂ ਕਣਕ ਦੀ ਵਾਢੀ ਕੀਤੀ ਜਾਂਦੀ ਸੀ ਤਾਂ ਉਸ ਸਮੇਂ ਦਰਮਿਆਨ ਉਸ ਦੀ ਖੁਸ਼ੀ ਦਾ ਪ੍ਰਗਟਾਵਾ ਕਰਨ ਦੇ ਲਈ ਜਿਹੜੇ ਕਿਸਾਨ ਸੀ ਉਹ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਨ ਲਈ ਢੋਲ ਦੇ ਨਾਲ ਨੱਚਦੇ ਸੀ। ਸੋ ਉੱਥੋਂ ਜਿਹੜਾ ਇਹ ਭੰਗੜਾ ਜਿਹੜਾ ਉਹ ਜਨਮਿਆ ਮੰਨਿਆ ਜਾਂਦਾ। ਵਿਸਾਖੀ ਵੇਲੇ ਜਦੋਂ ਹਾੜੀ ਵੱਢਦਾ ਜੱਟ, ਕਿਸਾਨ ਹਾੜੀ ਵੱਢਦੇ ਨੇ ਤੇ ਉੱਥੋਂ ਇਹ ਭੰਗੜਾ ਜਿਹੜਾ ਉਹ ਜਨਮਿਆ। ਔਰ ਸਾਡੇ ਪੰਜਾਬ ਦੇ ਬਹੁਤ ਹੀ ਮਕਬੂਲ ਸ਼ਾਇਰ ਉਹ ਕੀ ਕਹਿੰਦੇ ਨੇ ਕਿ ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ, ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ, ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ, ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ, ਕੱਛੇ ਮਾਰ ਵੰਝਲੀ ਆਨੰਦ ਛਾ ਗਿਆ, ਮਾਰਦਾ ਦਮਾਮੇ ਜੱਟ ਮੇਲੇ ਆ ਗਿਆ, ਮਾਰਦਾ ਦਮਾਮੇ ਜੱਟ ਮੇਲੇ ਆ ਗਿਆ। ਔਰ ਧਨੀ ਰਾਮ ਚਾਤ੍ਰਿਕ ਜੀ ਦੀਆਂ ਇਹ ਲਾਈਨਾਂ ਇਸ ਦੀ ਗਵਾਹੀ ਭਰਦੀਆਂ ਨੇ ਕਿ ਜਦੋਂ ਵਿਸਾਖੀ ਆਉਂਦੀ ਤੇ ਖੂਬ ਮੇਲਿਆਂ ਦੇ ਵਿੱਚ ਢੋਲ ਵੱਜਦੇ ਔਰ ਸਾਰਿਆਂ ਦੇ ਪੈਰ ਜਿਹੜੇ ਆ ਉਹ ਥਿੜਕਣ ਲਈ ਮਜਬੂਰ ਹੋ ਜਾਂਦੇ ਨੇ। ਸੋ ਪਿਆਰੇ ਬੱਚਿਓ, ਭੰਗੜੇ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਇਸ ਦੇ ਸਟੇਜੀਕਰਨ ਦਾ ਜਿਹੜਾ ਦੌਰ ਸੀ ਉਹ ਕਦੋਂ ਸ਼ੁਰੂ ਹੋਇਆ, ਇਸ ਬਾਰੇ ਗੱਲ ਕਰਦੇ ਹਾਂ ਤਾਂ ਇਸ ਵਿੱਚ ਸਾਡੇ ਕੋਲੇ ਕੁਝ ਨਾਮ ਨੇ। ਮਨੋਹਰ ਦੀਪਕ ਔਰ ਗੁਰਬਚਨ ਦੀਪਕ, ਇਹ ਦੋਨੇ ਭਰਾ ਜਿਹੜੇ ਨੇ, ਔਰ ਇਹਨਾਂ ਦੇ ਨਾਲ ਮੰਗਲ ਸੁਨਾਮੀ ਜੀ, ਮਹਿੰਦਰ ਡਗੋਰੀ ਜੀ ਔਰ ਚਮਨ ਲਾਲ, ਔਰ ਇਹਨਾਂ ਨੇ ਇਸ ਦਾ ਸਟੇਜੀਕਰਨ ਕੀਤਾ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵਿਦਿਅਕ ਮੁਕਾਬਲਿਆਂ ਦੇ ਵਿੱਚ ਵੀ ਭੰਗੜਾ ਜਿਹੜਾ ਸਾਨੂੰ ਲੋਕ ਨਾਚ ਵਜੋਂ ਮੁਕਾਬਲੇ ਵਿੱਚ ਦੇਖਣ ਨੂੰ ਮਿਲਦਾ। 26 ਜਨਵਰੀ 1953 ਦੀ ਦਿੱਲੀ ਪਰੇਡ ਦੇ ਦਰਮਿਆਨ ਪਹਿਲੀ ਵਾਰ ਜਿਹੜਾ ਉਹ ਭੰਗੜਾ ਜਿਹੜਾ ਉਹ ਸਟੇਜੀ ਰੂਪ ਦੇ ਵਿੱਚ ਪਾਇਆ ਗਿਆ। ਉਸ ਤੋਂ ਬਾਅਦ 1954 ਦੀ ਗਣਤੰਤਰਤਾ ਦਿਵਸ ਮੌਕੇ ਔਰ 1955 'ਚ ਪਹਿਲੀ ਵਾਰ ਜਿਹੜਾ ਚੀਨ ਦੇ ਵਿੱਚ ਭੰਗੜਾ ਜਿਹੜਾ ਉਹ ਪੰਡਿਤ ਜਵਾਹਰ ਲਾਲ ਨਹਿਰੂ ਜੀ ਲੈ ਕੇ ਗਏ, ਉੱਥੇ ਵੀ ਭੰਗੜਾ ਪਾਇਆ ਗਿਆ। ਇਸ ਤੋਂ ਬਾਅਦ 1960 ਦੇ ਵਿੱਚ ਮੁਕਾਬਲਿਆਂ ਦਾ ਦੌਰ ਸ਼ੁਰੂ ਹੋਇਆ, ਜਿਸ ਦੇ ਵਿੱਚ ਕਿਉਂਕਿ ਮੈਂ ਪਹਿਲਾਂ ਦੱਸਿਆ ਕਿ ਪੰਜਾਬ ਦੇ ਜਿੰਨੇ ਵੀ ਲੋਕ ਨਾਚ ਨੇ ਇਹਨਾਂ ਦੇ ਵਿੱਚ ਕੋਈ ਬੰਧੇਜ ਨਹੀਂ, ਪਰ ਜਦੋਂ ਮੁਕਾਬਲਿਆਂ ਦਾ ਦੌਰ ਸ਼ੁਰੂ ਹੋਇਆ ਇਸ ਦੇ ਪਹਿਰਾਵਾ, ਇਸ ਦੀਆਂ ਤਾਲਾਂ,
ਇਸ ਵਿੱਚ ਵਰਤੇ ਜਾਣ ਵਾਲੇ ਲੋਕ ਸਾਜ਼ ਉਹਨਾਂ ਦੀ ਕੁਝ ਨਾ ਕੁਝ ਜਿਹੜੇ ਉਹਨਾਂ ਦੇ ਨਿਯਮ ਸੀਗੇ ਉਹ ਸ਼ੁਰੂ ਕੀਤੇ। ਉਹਨਾਂ ਦੇ ਵਿੱਚ ਜਿਵੇਂ 8 ਭੰਗੜਚੀ ਜਿਹੜੇ ਸੀਗੇ ਉਹ ਭੰਗੜਾ ਪਾ ਸਕਦੇ ਨੇ, ਇੱਕ ਢੋਲੀ ਔਰ ਦੂਸਰਾ ਨਾਲ ਚਿਮਟੇ ਵਾਲਾ, ਬੁਗਚੂ ਵਾਲਾ ਔਰ ਇੱਕ ਬੋਲੀਆਂ ਵਾਲਾ। ਔਰ ਇਹਦਾ ਸਮਾਂ ਜਿਹੜਾ ਉਹ ਨਿਸ਼ਚਿਤ ਕੀਤਾ ਗਿਆ, 10 ਤੋਂ ਲੈ ਕੇ 12 ਮਿੰਟ ਦਾ ਸਮਾਂ ਜਿਹੜਾ ਸੀਗਾ ਉਹ ਇਹ ਕੀਤਾ ਗਿਆ। ਔਰ 1970 ਦੇ ਵਿੱਚ ਯੂਨੀਵਰਸਿਟੀ ਵੱਲੋਂ ਯੁਵਕ ਮੇਲਿਆਂ ਦੇ ਵਿੱਚ ਪੰਜਾਬ ਦੇ ਇਸ ਲੋਕ ਨਾਚ ਨੂੰ ਲਿਆਂਦਾ ਗਿਆ, ਜਿਹਦੇ ਵਿੱਚ ਮੁੰਡੇ ਜਿਹੜੇ ਸੀ ਚੋਬਰ ਉਹ ਸੱਪ, ਖੂੰਡਾ, ਚਿਮਟਾ ਤੇ ਉਰਲੇ ਵਾਲੀਆਂ ਪੱਗਾਂ ਬੰਨ੍ਹ ਕੇ ਇਸ ਲੋਕ ਨਾਚ ਨੂੰ ਨੱਚਦੇ ਸੀ। ਔਰ ਗਲ ਦੇ ਵਿੱਚ ਕੈਂਠਾ ਇਹ ਪਾਇਆ ਜਾਂਦਾ ਸੀ, ਤੁਰਲੇ ਵਾਲੀ ਪੱਗ। ਤੇ ਇਸ ਦੇ ਨਾਲ ਹੀ 1970 ਦੇ ਵਿੱਚ ਯੁਵਕ ਮੇਲਿਆਂ ਦੌਰਾਨ ਪੰਜਾਬ ਦੇ ਜਿੰਨੇ ਵੀ ਕਾਲਜਾਂ ਦੇ ਵਿੱਚ ਸੀਗੇ ਬੱਚੇ ਪੜ੍ਹਦੇ, ਉਹਨਾਂ ਨੇ ਇਸ ਨੂੰ ਮੁਕਾਬਲਿਆਂ ਦੇ ਰੂਪ ਵਿੱਚ ਪੇਸ਼ ਕੀਤਾ। ਔਰ ਬੱਚਿਆਂ ਨੇ ਸੱਪ, ਖੂੰਡੇ, ਚਿਮਟੇ, ਤੁਰਲੇ ਵਾਲੀਆਂ ਪੱਗਾਂ, ਚਾਦਰੇ, ਕੁੜਤੇ ਅਤੇ ਕੈਂਠੇ ਪਾ ਕੇ ਮੁਕਾਬਲਿਆਂ ਵਿੱਚ ਭਾਗ ਲੈਣਾ ਸ਼ੁਰੂ ਕੀਤਾ। ਔਰ ਵੱਖ-ਵੱਖ ਤਾਲਾਂ, ਇਸ ਭੰਗੜੇ ਦੀ ਖਾਸੀਅਤ ਇਹ ਆ ਕਿ ਇਸ ਵਿੱਚ ਬਾਕੀ ਦੇ ਕਈ ਲੋਕ ਜਿਹੜੇ ਨਾਚ ਨੇ ਉਹਨਾਂ ਦਾ ਸੁਮੇਲ ਸਾਨੂੰ ਮਿਲਦਾ। ਜਿਵੇਂ ਇਹਦੇ ਵਿੱਚ ਸੰਮੀ ਵੀ ਆ, ਇਹਦੇ ਵਿੱਚ ਪਠਾਣੀਆਂ ਵੀ ਆ, ਇਹਦੇ ਵਿੱਚ ਸਿਆਲਕੋਟੀਆ ਵੀ ਆ, ਇਹਦੇ ਵਿੱਚ ਮਿਰਜ਼ਾ ਵੀ ਆ। ਔਰ ਇਸ ਤਰੀਕੇ ਨਾਲ ਵੱਖ-ਵੱਖ ਜਿਹੜੇ ਲੋਕ ਨਾਚ ਨੇ ਉਹ ਇਸ ਲੋਕ ਨਾਚ ਦੇ ਵਿੱਚ ਗੁੜਚ ਹੋਏ ਮੰਨੇ ਜਾਂਦੇ ਨੇ। ਸੋ ਆਓ ਆਪਾਂ ਭੰਗੜੇ ਦਾ ਆਨੰਦ ਮਾਣਦੇ ਹਾਂ। ਪਿਆਰੇ ਬੱਚਿਓ, ਸਾਡਾ ਅਗਲਾ ਲੋਕ ਨਾਚ ਹੈ ਜਿੰਦੂਆ। ਜਿੰਦੂਆ ਬਹੁਤ ਘੱਟ ਸਾਨੂੰ ਦੇਖਣ ਨੂੰ ਮਿਲਦਾ ਹੈ। ਇਹ ਔਰਤਾਂ ਅਤੇ ਮਰਦਾਂ ਦਾ ਸਾਂਝਾ ਲੋਕ ਨਾਚ ਹੈ। ਭਾਵ ਇਸ ਲੋਕ ਨਾਚ ਦੇ ਵਿੱਚ ਔਰਤ ਔਰ ਮਰਦ ਇਕੱਠੇ ਨੱਚਦੇ ਨੇ। ਇਹ ਸਾਨੂੰ ਬਹੁਤ ਘੱਟ ਲੋਕ ਨਾਚ ਮਿਲਦੇ ਨੇ ਜਿਹੜੇ ਔਰਤਾਂ ਔਰ ਮਰਦਾਂ ਦੇ ਸਾਂਝੇ ਲੋਕ ਨਾਚ ਹੋਣ। ਸੋ ਇਸ ਲੋਕ ਨਾਚ ਦੇ ਵਿੱਚ ਇੱਕ ਬੋਲੀ ਹੈ ਕਿ ਜਿੰਦ ਮਾਈ ਜੇ ਚੱਲਿਓ ਪਟਿਆਲੇ, ਉੱਥੇ ਵਿਗਦੇ ਰੇਸ਼ਮੀ ਨਾਲੇ, ਅੱਧੇ ਚਿੱਟੇ ਤੇ ਅੱਧੇ ਕਾਲੇ, ਹੋ ਇੱਕ ਪਲ ਬਹਿ ਜਾਣਾ ਮੇਰੇ ਕੋਲ, ਤੇਰੇ ਮਿੱਠੜੇ ਹੀ ਲੱਗਦੇ ਬੋਲ, ਉਹ ਤੇਰੇ ਮਿੱਠੜੇ ਹੀ ਲੱਗਦੇ ਬੋਲ। ਪਿਆਰੇ ਬੱਚਿਓ, ਸਾਡਾ ਅਗਲਾ ਲੋਕ ਨਾਚ ਹੈ ਮਲਵਈ ਗਿੱਧਾ। ਮਲਵਈ ਗਿੱਧਾ ਮਰਦਾਂ ਦਾ ਲੋਕ ਨਾਚ ਹੈ। ਇਸ ਨੂੰ ਮਰਦਾਂ ਦਾ ਗਿੱਧਾ ਜਾਂ ਛੜਿਆਂ ਦਾ ਗਿੱਧਾ ਵੀ ਕਿਹਾ ਜਾਂਦਾ ਹੈ। ਪਿਆਰੇ ਬੱਚਿਓ, ਇਹ ਕੁੜੀਆਂ ਦੇ ਗਿੱਧੇ ਨਾਲੋਂ ਬਿਲਕੁਲ ਹਟਵਾਂ ਹੁੰਦਾ ਹੈ। ਜਿਸ ਤਰ੍ਹਾਂ ਲੜਕੀਆਂ ਜਿਹੜੀਆਂ ਨੇ ਉਹ ਗਿੱਧੇ ਵਿੱਚ ਤਾੜੀ ਦਾ ਇਸਤੇਮਾਲ ਕਰਦੀਆਂ ਨੇ, ਇਹਦੇ ਵਿੱਚ ਜਿਹੜੇ ਮਰਦ ਨੇ ਉਹ ਸੱਪ, ਗਿੱਧੇ ਜਾਂ ਛਿੱਕੇ ਦਾ ਇਸਤੇਮਾਲ ਕਰਦੇ ਹਨ। ਸੋ ਇਹ ਵੀ ਇੱਕ ਜਿਹੜਾ
ਮਨ ਦੀ ਖੁਸ਼ੀ ਨੂੰ, ਮਨ ਦੇ ਭਾਵਾਂ ਨੂੰ ਪ੍ਰਗਟ ਕਰਨ ਵਾਲਾ ਲੋਕ ਨਾਚ ਹੈ। ਕਿਹਾ ਜਾਂਦਾ ਹੈ, ਕਹਿੰਦੇ ਜਦੋਂ ਛੜੇ ਜਿਹੜੇ ਸੀਗੇ ਉਹ ਮੇਲੇ ਤੇ ਜਾਂਦੇ ਸੀ ਤਾਂ ਉਹ ਆਪਣੇ ਨਾਲ ਕੋਈ ਵੀ ਸਾਜ਼ ਜਿਹੜੇ ਸੀਗੇ ਉਹ ਲਿਜਾ ਕੇ ਉੱਥੇ ਮੇਲਿਆਂ ਦੇ ਵਿੱਚ ਰੌਣਕਾਂ ਲਾਉਂਦੇ ਸੀ। ਇਹ ਵੀ ਇੱਕ ਦਾਇਰੇ ਦੇ ਵਿੱਚ ਨੱਚਿਆ ਜਾਣ ਵਾਲਾ ਲੋਕ ਨਾਚ ਹੈ। ਇਹਦੇ ਵਿੱਚ ਸੱਪ, ਬੁਗਚੂ, ਕਾਟੋ, ਤੂੰਬਾ, ਢੋਲਕੀ, ਚਿਮਟਾ, ਅਲਗੋਜ਼ੇ ਆਦਿ ਜਿਹੜੇ ਸਾਜ਼ ਨੇ ਉਹ ਇਸ ਲੋਕ ਨਾਚ ਦੇ ਵਿੱਚ ਵਰਤੇ ਜਾਂਦੇ ਨੇ। ਸੋ ਇਸ ਲੋਕ ਨਾਚ ਦੇ ਵਿੱਚ ਬੋਲੀਆਂ ਜਿਹੜੀਆਂ ਨੇਗੀਆਂ ਉਹ ਬੜੀਆਂ ਮਹੱਤਵ ਰੱਖਦੀਆਂ ਨੇ। ਬੋਲੀ ਪਾਉਣ ਵਾਲਾ ਆਗੂ ਬੋਲੀ ਪਾਉਂਦਾ ਅਤੇ ਉਹਦੇ ਪਿੱਛੇ ਜਿਹੜੇ ਪਾਛੂ ਨੇ ਸਾਰੇ ਉਹ ਬੋਲੀ ਮੋੜਦੇ ਔਰ ਬੋਲੀ ਦਾ ਹੁੰਗਾਰਾ ਭਰਦੇ ਨੇ ਔਰ ਬੱਲੇ ਸ਼ਾਬਾ ਦੀ ਆਵਾਜ਼ ਜਿਹੜੀ ਆ ਉਹ ਨਾਲੋਂ ਨਾਲ ਦਿੱਤੀ ਜਾਂਦੀ ਆ। ਸੋ ਪਿਆਰੇ ਵਿੱਚੋਂ ਇੱਕ ਚੀਜ਼ ਇਹਦੇ ਵਿੱਚ ਦੇਖਣ ਦੀ ਲੋੜ ਹੈ ਕਿ ਇਸ ਲੋਕ ਨਾਚ ਦੇ ਵਿੱਚ ਢੋਲਕੀ ਦਾ ਇਸਤੇਮਾਲ ਕੀਤਾ ਜਾਂਦਾ। ਇਸ ਲੋਕ ਨਾਚ ਦੇ ਵਿੱਚ ਢੋਲ ਦਾ ਨਹੀਂ ਬਲਕਿ ਢੋਲਕੀ ਦਾ ਜਿਹੜਾ ਉਹ ਇਸਤੇਮਾਲ ਕੀਤਾ ਜਾਂਦਾ ਹੈ। ਛਪਾਰ, ਜਰਗ ਦਾ ਮੇਲਾ ਅਤੇ ਜਗਰਾਓਂ ਦੀ ਰੌਸ਼ਨੀ, ਇੱਥੇ ਜਿਹੜਾ ਇਹ ਲੋਕ ਨਾਚ ਬਹੁਤ ਹੀ ਵਧੀਆ ਢੰਗ ਨਾਲ ਮਰਦਾਂ ਵੱਲੋਂ ਪੇਸ਼ ਕੀਤਾ ਜਾਂਦਾ ਹੈ। ਔਰ ਪਿੰਡ ਚੱਠੇ ਸੇਖਵਾਂ, ਸਾਡੇ ਸੰਗਰੂਰ ਦੇ ਇਲਾਕੇ ਦਾ ਪਿੰਡ ਆ ਚੱਠੇ ਸੇਖਵਾਂ, ਜਿੱਥੇ ਦਰਬਾਰਾ ਸਿੰਘ ਔਰ ਉਹਨਾਂ ਦੀ ਜਿਹੜੀ ਦੂਸਰੀ ਪੀੜ੍ਹੀ ਆ ਲਗਭਗ ਇਸ ਲੋਕ ਨਾਚ ਦੇ ਨਾਲ ਜੁੜੀ ਹੋਈ ਆ ਔਰ ਇਸ ਲੋਕ ਨਾਚ ਨੂੰ ਅੱਗੇ ਤੱਕ ਲੈ ਕੇ ਜਾ ਰਹੇ ਨੇ। ਜਿਵੇਂ ਮੈਂ ਪਹਿਲਾਂ ਦੱਸਿਆ ਕਿ ਇੱਕ ਛੜਿਆਂ ਦਾ ਲੋਕ ਨਾਚ ਆ ਤਾਂ ਇਹਦੀ ਇੱਕ ਬੋਲੀ ਸੀ ਕਿ ਰੜਕੇ 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 ਵਿਆਹਿਆਂ ਹੋਇਆਂ ਦੇ ਮੁੱਕ ਜਾਂਦੇ ਦਾਣੇ ਖਾਲੀ ਭੜੋਲਾ ਖੜਕੇ, ਵਿਆਹਿਆਂ ਹੋਇਆਂ ਦੀਆਂ ਲੜਦੀਆਂ ਰੰਨਾਂ ਛੜੇ ਲਗਾਉਂਦੇ ਤੜਕੇ, ਵਿੱਚ ਭਰਜਾਈਆਂ ਦੇ ਛੜੇ ਬੈਠਦੇ ਅੜਕੇ, ਵਿੱਚ ਭਰਜਾਈਆਂ ਦੇ ਛੜੇ ਬੈਠਦੇ ਅੜਕੇ। ਔਰ ਇੱਕ ਬੋਲੀ ਹੋਰ ਹੈ ਕਿ ਦਿਓਰ ਆਖਦਾ ਭਾਬੀ ਤਾਈਂ ਕੀ ਸੱਪ ਲੜ ਗਿਆ ਤੇਰੇ, ਨੀ ਭੈਣ ਆਪਣੀ ਦਾ ਸਾਕ ਲਿਆ ਦੇ ਬੰਨ੍ਹ ਕੇ ਟੁੱਕੂੰਗਾ ਸਿਹਰੇ, ਮਰ ਕੇ ਜਿੰਨ ਜਾਂ ਭੂਤ ਬਣੂੰਗਾ ਪਾਊਂ ਟੱਬਰ ਵਿੱਚ ਫੇਰੇ, ਜੇ ਮੈਂ ਮਰ ਗਿਆ ਨਹੀਂ ਵਿੱਚ ਬੋਲੂੰਗਾ ਤੇਰੇ, ਜੇ ਮੈਂ ਮਰ ਗਿਆ ਨਹੀਂ ਵਿੱਚ ਬੋਲੂੰਗਾ ਤੇਰੇ। सूट बरी दे टोए हो बल्ले हो, 21 सूट बरी दे टोए, पात पात दे गहणे बई चढ़ गई जन पटियाले तड़के हो बल्ले हो, चढ़ गई जन पटियाले तड़के, जा टुक्की फिर सैणे ब्याह कर तारे दा ढोल की सैणे